इस कदर वाकिफ है मेरी कलम मेरे जज्बातों से, अगर मैं इश्क भी लिखना चाहूं तो इनकलाब लिख जाता हूं। इनकलाब ਦੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਹੁਣ ਸਮਾਂ ਹੈ ਕੁਝ ਕਰ ਦਿਖਾਉਣ ਦਾ ਜਾਂ ਵਾਅਦੇ ਨਿਭਾਉਣ ਦਾ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ, ਮੈਂ ਹਾਂ ਤੁਹਾਡੇ ਨਾਲ। ਅੱਜ ਅਸੀਂ ਪਹੁੰਚੇ ਹਾਂ ਇੱਕ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਤੱਕ ਖਟਕੜ ਕਲਾਂ ਤੋਂ, ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਤੋਂ, ਉਹਨਾਂ ਦੇ ਜੱਦੀ ਪਿੰਡ ਤੋਂ। ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਕਿ ਖਟਕੜ ਕਲਾਂ ਹੀ ਕਿਉਂ ਚੁਣਿਆ ਗਿਆ, ਕਿਉਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਵੱਲੋਂ ਖਟਕੜ ਕਲਾਂ ਦੀ ਜ਼ਮੀਨ ਚੁਣੀ ਗਈ ਹੈ ਇੱਥੇ ਸਹੁੰ ਚੁੱਕਣ ਦੇ ਲਈ। ਜ਼ਿਕਰ ਹੋਏਗਾ ਖਟਕੜ ਕਲਾਂ ਦੇ ਕਨੈਕਸ਼ਨ ਦਾ ਭਗਵੰਤ ਮਾਨ ਦੇ ਨਾਲ ਦਾ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਕੋਈ ਵੀ VVIP ਗੈਸਟ ਨਹੀਂ ਹੋਵੇਗਾ। ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਸਹੁੰ ਚੁੱਕ ਸਮਾਗਮ ਦੇ ਲਈ ਆਮ ਆਦਮੀ ਪਾਰਟੀ ਨੇ ਕਿਸੇ ਵੀ ਦੂਜੇ ਸੂਬੇ ਦੇ ਮੁੱਖ ਮੰਤਰੀ ਜਾਂ ਕਿਸੇ ਵੀ ਹੋਰ ਪਾਰਟੀ ਦੇ ਵੱਡੇ ਆਗੂ ਨੂੰ ਸੱਦਾ ਨਹੀਂ ਦਿੱਤਾ। ਸਹੁੰ ਚੁੱਕ ਸਮਾਗਮ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਮੇਤ ਆਮ ਆਦਮੀ ਪਾਰਟੀ ਦੇ तमाम ਵੱਡੇ ਆਗੂ ਮੌਜੂਦ ਰਹਿਣਗੇ। ਉੱਥੇ ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਸਹੁੰ ਚੁੱਕ ਸਮਾਗਮ ਦੇ ਲਈ ਸੱਦਾ ਦਿੱਤਾ ਹੈ। ਮਾਨ ਨੇ ਲੋਕਾਂ ਨੂੰ ਵੱਡੀ ਸੰਖਿਆ ਦੇ ਵਿੱਚ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਪੰਜਾਬੀ ਭਰਾਵਾਂ ਨੂੰ ਬਸੰਤੀ ਰੰਗ ਦੀਆਂ ਪੱਗਾਂ ਅਤੇ ਮਹਿਲਾਵਾਂ ਨੂੰ ਬਸੰਤੀ ਰੰਗ ਦੇ ਦੁਪੱਟੇ ਲੈ ਕੇ ਆਉਣ ਦੇ ਲਈ ਅਪੀਲ ਕੀਤੀ ਹੈ। ਮਾਨ ਨੇ ਲੋਕਾਂ ਨੂੰ ਅਜਿਹੇ ਪੰਜਾਬ ਦਾ ਨਿਰਮਾਣ ਕਰਨ ਦੀ ਅਪੀਲ ਕੀਤੀ ਹੈ ਜਿਸ ਦਾ ਸੁਪਨਾ ਸ਼ਹੀਦ ਭਗਤ ਸਿੰਘ ਨੇ ਦੇਖਿਆ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। 16 ਮਾਰਚ 2022 ਦਿਨ ਬੁੱਧਵਾਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਹੋਊਗਾ। ਸਿਰਫ ਮੈਂ ਨਹੀਂ ਬਲਕਿ ਮੇਰੇ ਨਾਲ ਪੰਜਾਬ ਦੇ 3 ਕਰੋੜ ਲੋਕ ਉਹ ਵੀ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਅਸੀਂ ਸਭ ਨੇ ਮਿਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਇਸ 16 ਤਰੀਕ ਨੂੰ ਅਸੀਂ ਉਹਨਾਂ ਦੀ ਸੋਚ ਨੂੰ ਅਮਲੀ ਰੂਪ ਦੇਵਾਂਗੇ। ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਿਆ, ਤੁਸੀਂ ਸਾਰੇ ਪੰਜਾਬ ਦੇ ਲੋਕ ਮੇਰੇ ਨਾਲ ਮੁੱਖ ਮੰਤਰੀ ਬਣੇ ਹੋ। ਇਹ ਸਰਕਾਰ ਤੁਹਾਡੀ ਸਭ ਦੀ ਸਰਕਾਰ ਹੋਊਗੀ, ਤੁਹਾਡੀ ਆਪਣੀ ਸਰਕਾਰ ਹੋਊਗੀ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਣੇ ਇਸ ਬੇਟੇ ਆਪਣੇ ਭਰਾ ਦਾ ਹੌਸਲਾ ਵਧਾਉਣ ਲਈ 16 ਤਰੀਕ ਨੂੰ ਬੁੱਧਵਾਰ ਨੂੰ ਸਵੇਰੇ 10 ਵਜੇ ਖਟਕੜ ਕਲਾਂ ਜ਼ਰੂਰ ਆਉਣਾ। ਤੇ ਹਾਂ, ਉਸ ਦਿਨ ਮੇਰੇ ਵੀਰ ਦੋਸਤ ਉਹ ਸਿਰ ਤੇ ਬਸੰਤੀ ਰੰਗ ਦੀ ਪੱਗ ਬੰਨਣਾ ਤੇ ਭੈਣਾਂ ਸਿਰ ਤੇ ਬਸੰਤੀ ਰੰਗ ਦਾ ਦੁਪੱਟਾ ਚੁੰਨੀ ਲੈ ਕੇ ਆਉਣਾ ਨਾ ਭੁੱਲਣਾ। ਖਟਕੜ ਕਲਾਂ ਨੂੰ ਉਸ ਦਿਨ ਆਪਾਂ ਬਸੰਤੀ ਰੰਗ ਦੇ ਵਿੱਚ ਰੰਗ ਦਿਆਂਗੇ। ਮੈਂ ਤੁਹਾਡਾ ਸਾਰਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਾਂਗਾ। ਇਨਕਲਾਬ ਜ਼ਿੰਦਾਬਾਦ। ਮਹਿਜ਼ 2000 ਲੋਕਾਂ ਦੀ ਆਬਾਦੀ ਵਾਲੇ ਪਿੰਡ ਖਟਕੜ ਕਲਾਂ ਦੇ ਵਿੱਚ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਨੇ। ਪ੍ਰਸ਼ਾਸਨ ਦੇ ਆਲਾ ਅਧਿਕਾਰੀ ਇੱਥੇ ਡੇਰਾ ਲਾ ਕੇ ਬੈਠੇ ਹੋਏ ਨੇ। ਅਕੋਰਡਿੰਗ ਟੂ ਦਾ ਪਬਲਿਕ ਜਿੰਨੀ ਕੁ ਆਉਣੀ ਉਹਦੇ ਪ੍ਰੋਪੋਰਸ਼ਨੇਟਲੀ ਅਸੀਂ ਸਾਰਾ ਪੁਲਿਸ ਅਰੇਂਜਮੈਂਟ ਕਰ ਲਿਆ ਤੇ ਥਿੰਗਸ ਆਰ ਫਾਲੋਇੰਗ ਇਨ ਪਲੇਸ ਨਾਓ। ਵੀ ਹੋਪ ਕਿ ਫੰਕਸ਼ਨ ਬਹੁਤ ਅੱਛਾ ਜਾਏਗਾ। ਸਹੁੰ ਚੁੱਕ ਸਮਾਗਮ ਵਾਲੀ ਜਗ੍ਹਾ ਤੇ 3 ਵਿਸ਼ੇਸ਼ ਮੰਚ ਤਿਆਰ ਕੀਤੇ ਗਏ ਨੇ। ਇੱਕ ਮੰਚ ਤੇ ਗਵਰਨਰ ਅਤੇ CM ਮੌਜੂਦ ਹੋਣਗੇ ਜਿੱਥੇ ਸਹੁੰ ਚੁੱਕ ਸਮਾਗਮ ਹੋਵੇਗਾ। ਦੂਜੇ ਮੰਚ ਤੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਮੌਜੂਦ ਹੋਣਗੇ। ਤੀਜੇ ਮੰਚ ਤੇ ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕ ਮੌਜੂਦ ਹੋਣਗੇ। ਇੱਕ ਮੇਨ ਮੰਚ ਹੈ ਜਿੱਥੇ ਗਵਰਨਰ ਸਾਹਿਬ ਤੇ CM ਸਾਹਿਬ ਹੋਣਗੇ, ਸਹੁੰ ਚੱਕਣਗੇ। ਦੂਸਰਾ ਮੰਚ ਹੈਗਾ ਜਿੱਥੇ ਦਿੱਲੀ ਦੇ ਮਿਨਿਸਟਰ ਸਾਹਿਬਾਨ ਆਉਣਗੇ, ਬੈਠਣਗੇ। ਤੀਸਰਾ ਸਾਰੇ ਪੰਜਾਬ ਸਾਹਿਬ ਦੇ MLA ਸਾਹਿਬਾਨ ਜਿਹੜੇ ਪੰਜਾਬ ਗਵਰਨਮੈਂਟ ਦੇ ਨਵੇਂ MLA ਸਾਹਿਬਾਨ ਨੇ। ਖਟਕੜ ਕਲਾਂ ਨੂੰ ਬਸੰਤੀ ਰੰਗ ਦੇ ਵਿੱਚ ਰੰਗ ਦਿੱਤਾ ਗਿਆ ਹੈ। ਦੱਸ ਦਈਏ ਕਿ ਖਟਕੜ ਕਲਾਂ ਦੇ ਵਿੱਚ ਹੀ ਭਗਤ ਸਿੰਘ ਦਾ ਸਮਾਰਕ ਅਤੇ ਮਿਊਜ਼ੀਅਮ ਹੈ। ਖਟਕੜ ਕਲਾਂ ਤੋਂ ਨਪਿੰਦਰ ਬਰਾੜ, ਨਿਊਜ਼ 18। ਤਾਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਪਹੁੰਚੀ ਹੈ। ਚੋਣਾਂ ਤੋਂ ਪਹਿਲਾਂ ਜਾਂ ਕਹੀਏ ਕਿ ਰਿਜ਼ਲਟ ਤੋਂ ਪਹਿਲਾਂ ਜੋ ਦਾਅਵੇ ਸੀ ਆਮ ਆਦਮੀ ਪਾਰਟੀ ਦੇ ਉਹ ਹਕੀਕਤ ਦੇ ਵਿੱਚ ਬਦਲ ਚੁੱਕੇ ਨੇ ਤੇ ਮੈਂਡੇਟ ਵੀ ਅਜਿਹਾ ਕਿ ਬਿਲਕੁਲ ਮੁਕਾਬਲਾ ਇੱਕ ਪਾਸਾ ਹੀ ਆਮ ਆਦਮੀ ਪਾਰਟੀ ਦੇ ਲਈ ਪੰਜਾਬ ਦੇ ਵਿੱਚ ਹੋ ਗਿਆ।
ਤੇ ਜਦੋਂ ਰਿਜ਼ਲਟ ਆਏ ਉਸ ਤੋਂ ਬਾਅਦ ਭਗਵੰਤ ਮਾਨ ਦੀ ਪਹਿਲੀ ਸਪੀਚ ਦੇ ਵਿੱਚ ਜੋ ਉਹਨਾਂ ਨੇ ਆਪਣੇ ਘਰ ਦੀ ਛੱਤ ਉੱਤੇ ਆਪਣੇ ਮਾਤਾ ਦੇ ਨਾਲ ਖੜੇ ਹੋ ਕੇ ਦਿੱਤੀ, ਉਸ ਸਪੀਚ ਦੇ ਵਿੱਚ ਜ਼ਿਕਰ ਸੀ ਖਟਕੜ ਕਲਾਂ ਦਾ ਕਿ ਖਟਕੜ ਕਲਾਂ ਦੇ ਵਿੱਚ ਹੀ ਸਹੁੰ ਚੁੱਕ ਸਮਾਗਮ ਭਗਵੰਤ ਮਾਨ ਦਾ ਹੋਏਗਾ, ਮੁੱਖ ਮੰਤਰੀ ਦਾ ਇੱਥੇ ਹੀ ਹਲਫ ਲੈਣਗੇ। ਹੁਣ ਸਵਾਲ ਇਹ ਹੈ ਕਿ ਖਟਕੜ ਕਲਾਂ ਹੀ ਕਿਉਂ? ਖਟਕੜ ਕਲਾਂ ਦਾ ਕੀ ਸੰਬੰਧ ਭਗਵੰਤ ਮਾਨ ਦੇ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਰਿਹਾ ਹੈ ਤੇ ਕਦੋਂ ਭਗਵੰਤ ਮਾਨ ਇਸ ਧਰਤੀ ਦੇ ਉੱਤੇ ਆਏ ਨੇ ਤੇ ਕਿਉਂ ਖਾਸ ਤੌਰ ਤੇ ਹਲਫ ਦੇ ਲਈ ਵੀ? ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਤੋਂ ਬਾਹਰ ਸਹੁੰ ਚੁੱਕ ਸਮਾਗਮ ਕਿਸੇ ਮੁੱਖ ਮੰਤਰੀ ਦਾ ਹੋ ਰਿਹਾ ਹੈ। ਆਖਿਰ ਕਿਉਂ ਚੁਣਿਆ ਗਿਆ ਇਸ ਧਰਤੀ ਨੂੰ? ਰਿਪੋਰਟ। ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਨਾਲ ਭਗਵੰਤ ਮਾਨ ਦਾ ਖਾਸ ਕਨੈਕਸ਼ਨ ਹੈ। ਭਗਵੰਤ ਮਾਨ ਨੇ ਇੱਥੋਂ ਹੀ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਇੱਥੇ ਹੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੱਕਣਗੇ। ਭਗਵੰਤ ਮਾਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਨਹੀਂ ਬਲਕਿ ਪੀਪਲਜ਼ ਪਾਰਟੀ ਤੋਂ ਹੋਈ ਸੀ। ਅਕਾਲੀ ਦਲ ਤੋਂ ਵੱਖ ਹੋ ਕੇ ਮਨਪ੍ਰੀਤ ਸਿੰਘ ਬਾਦਲ ਨੇ ਪੀਪੀਪੀ ਬਣਾਈ ਸੀ ਤੇ ਇਸ ਪਾਰਟੀ ਦਾ ਗਠਨ ਇੱਕ ਵਿਸ਼ਾਲ ਰੈਲੀ ਦੇ ਰੂਪ 'ਚ 2011 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਹੋਇਆ ਸੀ। ਭਗਵੰਤ ਮਾਨ ਨੇ ਪੀਪੀਪੀ ਦੀ ਹੀ ਟਿਕਟ ਤੇ ਸਾਲ 2012 'ਚ ਪਹਿਲੀ ਵਾਰ ਲਹਿਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ, ਪਰ ਉਹ ਤੀਸਰੇ ਨੰਬਰ ਤੇ ਆਏ ਸੀ। ਭਗਵੰਤ ਮਾਨ ਨੇ 26 ਮਾਰਚ 2011 ਨੂੰ ਯਾਨੀ ਅੱਜ ਤੋਂ ਕਰੀਬ 11 ਸਾਲ ਪਹਿਲਾਂ ਖਟਕੜ ਕਲਾਂ 'ਚ ਹੀ ਆਪਣੀ ਪਹਿਲੀ ਸਿਆਸੀ ਸਪੀਚ ਦਿੱਤੀ ਸੀ, ਪਰ ਉਹਨਾਂ ਦੀ ਪਾਰਟੀ ਵੀ ਚੋਣਾਂ ਵਿੱਚ ਕੋਈ ਸੀਟ ਨਹੀਂ ਜਿੱਤ ਪਾਈ ਸੀ ਤੇ ਇਸ ਤੋਂ ਬਾਅਦ ਮਨਪ੍ਰੀਤ ਬਾਦਲ ਖੁਦ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਸੀ। ਪਰ ਭਗਵੰਤ ਮਾਨ ਉਹਨਾਂ ਦੇ ਨਾਲ ਨਹੀਂ ਗਏ ਤੇ ਆਮ ਆਦਮੀ ਪਾਰਟੀ ਚਲੇ ਗਏ। ਪਰ ਖਟਕੜ ਕਲਾਂ ਨਾਲ ਭਗਵੰਤ ਮਾਨ ਦਾ ਰਿਸ਼ਤਾ ਨਹੀਂ ਟੁੱਟਿਆ। ਭਗਵੰਤ ਜਦੋਂ ਪਹਿਲੀ ਵਾਰ ਐਮਪੀ ਬਣੇ ਉਦੋਂ ਵੀ ਉਹ ਖਟਕੜ ਕਲਾਂ ਪਹੁੰਚੇ। ਇੱਥੋਂ ਤੱਕ ਕਿ ਜਦੋਂ ਭਗਵੰਤ ਨੇ ਆਪਣੇ ਅਭਿਨੇਤਾ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਉਦੋਂ ਵੀ ਉਹ ਸਭ ਤੋਂ ਪਹਿਲਾਂ ਖਟਕੜ ਕਲਾਂ ਗਏ ਸੀ। ਤੇ ਇੰਨਾ ਹੀ ਨਹੀਂ, ਜਦੋਂ ਵੀ ਭਗਵੰਤ ਮਾਨ ਕੋਈ ਨਵੀਂ ਗੱਡੀ ਵੀ ਖਰੀਦਦੇ ਸੀ ਤਾਂ ਸਭ ਤੋਂ ਪਹਿਲਾਂ ਉਹ ਖਟਕੜ ਕਲਾਂ ਹੀ ਜਾਂਦੇ ਸੀ। ਹੁਣ ਵੀ ਉਹ ਆਪਣੀ ਨਿੱਜੀ ਗੱਡੀ 'ਚ ਸਵਾਰ ਹੋ ਕੇ ਸਹੁੰ ਚੁੱਕ ਸਮਾਗਮ 'ਚ ਪਹੁੰਚਣਗੇ ਤੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੱਕਣ ਤੋਂ ਬਾਅਦ ਹੀ ਭਗਵੰਤ ਮਾਨ ਸਰਕਾਰੀ ਗੱਡੀ 'ਚ ਸਵਾਰ ਹੋਣਗੇ। ਪੰਕਜ ਕਬਾਹੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਭਗਵੰਤ ਮਾਨ ਸਹੁੰ ਚੁੱਕਣ ਜਾ ਰਹੇ ਨੇ ਖਟਕੜ ਕਲਾਂ ਦੀ ਧਰਤੀ ਦੇ ਉੱਤੇ ਔਰ ਜਿਸ ਤਰੀਕੇ ਨਾਲ ਰਿਸ਼ਤਾ ਰਿਹਾ ਰਿਪੋਰਟ ਦੇ ਵਿੱਚ ਤੁਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੋਏਗੀ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਭਗਵੰਤ ਮਾਨ ਇੱਥੇ ਆਏ ਹੋਣ ਔਰ ਖਾਸ ਤੌਰ ਤੇ ਖੁਸ਼ੀ ਦੇ ਮੌਕੇ ਉੱਤੇ। ਇਸ ਤੋਂ ਬਾਅਦ ਹੁਣ ਜ਼ਿਕਰ ਇਹ ਵੀ ਹੈ ਕਿ 16 ਮਾਰਚ ਦਾ ਦਿਨ ਹੀ ਕਿਉਂ ਚੁਣਿਆ ਗਿਆ, ਕਿ 16 ਮਾਰਚ ਨੂੰ ਹੀ ਭਗਵੰਤ ਮਾਨ ਕਿਉਂ ਹਲਫ ਲੈ ਰਹੇ ਨੇ। 16 ਤਰੀਕ ਦਾ ਵੀ ਭਗਵੰਤ ਮਾਨ ਦੇ ਨਾਲ ਇੱਕ ਗੂੜਾ ਰਿਸ਼ਤਾ ਨਜ਼ਰ ਆਉਂਦਾ ਹੈ। ਇੱਕ ਪਾਸੇ ਖਟਕੜ ਕਲਾਂ ਦੀ ਧਰਤੀ ਹੈ ਤਾਂ ਦੂਜੇ ਪਾਸੇ 16 ਤਰੀਕ ਹੈ। ਰਿਪੋਰਟ। ਭਗਵੰਤ ਮਾਨ ਉਹ ਨਾਮ ਜਿਸ ਤੋਂ ਪੰਜਾਬ ਦਾ ਬੱਚਾ ਜਾਣੂ ਏ। ਕਰੀਬ 3 ਦਹਾਕਿਆਂ ਤੋਂ ਪੰਜਾਬੀਆਂ 'ਚ ਵਿਚਰ ਰਿਹਾ ਮਾਨ ਪਹਿਲਾਂ ਕਾਮੇਡੀਅਨ ਵਜੋਂ ਪਹਿਚਾਣਿਆ ਗਿਆ ਅਤੇ ਫਿਰ ਸਿਆਸਤਦਾਨ ਵਜੋਂ। ਹੁਣ ਸ਼ਾਇਦ ਮਾਨ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ। ਮਾਨ ਆਪ ਦਾ ਮਾਣ ਬਣਿਆ ਅਤੇ ਪੰਜਾਬ ਦਾ ਮੁੱਖ ਮੰਤਰੀ ਵੀ। ਭਗਵੰਤ ਮਾਨ ਰਸਮੀ ਤੌਰ ਤੇ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਸਹੁੰ ਚੁੱਕ ਸਮਾਗਮ ਖਟਕੜ ਕਲਾਂ 'ਚ ਹੋਵੇਗਾ, ਪਰ ਦੋ ਸਵਾਲ ਜੋ ਹਰ ਪਲੇਟਫਾਰਮ ਤੇ ਪੁੱਛੇ ਜਾ ਰਹੇ ਨੇ ਕਿ ਖਟਕੜ ਕਲਾਂ ਹੀ ਕਿਉਂ ਅਤੇ 16 ਮਾਰਚ ਹੀ ਕਿਉਂ। ਖਟਕੜ ਕਲਾਂ ਦੀ ਗੱਲ ਫੇਰ ਕਦੇ ਸਹੀ, ਅੱਜ ਗੱਲ ਕਰਦੇ ਹਾਂ 16 ਮਾਰਚ ਦੀ। ਬਹੁਤ ਸਾਰੇ ਲੋਕ ਮੰਨਦੇ ਨੇ ਕਿ ਕੋਈ ਖਾਸ ਦਿਨ ਜਾਂ ਅੰਕੜਾ ਉਹਨਾਂ ਲਈ ਲੱਕੀ ਹੁੰਦਾ ਹੈ। ਵੱਡੇ ਖਿਡਾਰੀ ਆਪਣੇ ਲੱਕੀ ਨੰਬਰ ਜਰਸੀਆਂ ਪਿੱਛੇ ਲਿਖਵਾਉਂਦੇ ਨੇ। ਕਈ ਲੋਕ ਆਪਣੇ ਪ੍ਰੋਗਰਾਮ ਜਾਂ ਸਮਾਗਮ ਕਿਸੇ ਲੱਕੀ ਤਰੀਕ ਨੂੰ ਹੀ ਰੱਖਦੇ ਨੇ। ਉਹਨਾਂ 'ਚ ਇੱਕ ਨਾਮ ਭਗਵੰਤ ਮਾਨ ਦਾ ਵੀ ਹੈ। ਮਾਨ ਦੀ ਜ਼ਿੰਦਗੀ 'ਚ 16 ਦਾ ਅੰਕੜਾ ਬੇਹੱਦ ਅਹਿਮੀਅਤ ਰੱਖਦਾ ਹੈ। ਅਸਲ 'ਚ ਭਗਵੰਤ ਮਾਨ 16 ਮਈ 2014 ਨੂੰ ਪਹਿਲੀ ਵਾਰ ਜਿੱਤੇ ਸੀ ਅਤੇ ਜਿੱਤ ਕੇ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਸੀ। 2014 ਦੀ ਲੋਕ ਸਭਾ ਚੋਣ ਵੀ 16ਵੀਂ ਲੋਕ ਸਭਾ ਚੋਣ ਸੀ। ਇਸ ਤੋਂ ਬਾਅਦ ਸਫ਼ਰ ਨਾ ਭਗਵੰਤ ਮਾਨ ਦਾ ਰੁਕਿਆ ਅਤੇ ਨਾ ਹੀ ਉਹਨਾਂ ਨਾਲ ਚੱਲਣ ਵਾਲੇ 16 ਦੇ ਅੰਕੜੇ ਦਾ। 2022 ਚ ਮਾਨ ਲਈ 16 ਦੇ ਨੰਬਰ ਨੇ ਫਿਰ ਕਮਾਲ ਕੀਤਾ। ਭਗਵੰਤ ਮਾਨ ਨੇ 16ਵੀਂ ਵਿਧਾਨ ਸਭਾ ਚੋਣ ਆਪ ਦੇ ਮੁੱਖ ਮੰਤਰੀ ਚਿਹਰੇ ਵਜੋਂ ਲੜੀ
ਅਤੇ ਹੁਣ 16 ਮਾਰਚ ਨੂੰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਨੇ। ਹਾਲਾਂਕਿ 16 ਦਾ ਅੰਕੜਾ ਮਾਨ ਲਈ ਜ਼ਿਆਦਾ ਲੱਕੀ ਮੰਨਿਆ ਜਾ ਰਿਹਾ ਹੈ, ਪਰ 17 ਦਾ ਅੰਕੜਾ ਵੀ ਘੱਟ ਨਹੀਂ। ਮਾਨ ਨੇ 16ਵੀਂ ਲੋਕ ਸਭਾ ਚੋਣ 'ਚ ਸੁਖਦੇਵ ਸਿੰਘ ਢੀਂਡਸਾ ਨੂੰ ਵੱਡੀ ਮਾਤ ਦੇਣ ਤੋਂ ਬਾਅਦ 17ਵੀਂ ਲੋਕ ਸਭਾ ਚੋਣ ਵੀ ਆਪਣੇ ਨਾਮ ਕੀਤੀ। ਭਗਵੰਤ ਮਾਨ ਪੂਰੇ ਦੇਸ਼ 'ਚ ਜਿੱਤਣ ਵਾਲੇ ਆਪ ਦੇ ਇਕਲੌਤੇ ਐਮਪੀ ਬਣੇ ਅਤੇ ਹੁਣ ਮਾਨ 16ਵੀਂ ਵਿਧਾਨ ਸਭਾ ਦੇ 17ਵੇਂ ਮੁੱਖ ਮੰਤਰੀ ਹੋਣਗੇ। ਜੇਕਰ 16 ਨੰਬਰ ਨੇ ਮਾਨ ਦੀ ਜ਼ਿੰਦਗੀ ਕੌੜੀਆਂ ਮਿੱਠੀਆਂ ਯਾਦਾਂ ਨਾਲ ਭਰੀ ਤਾਂ 17 ਦਾ ਅੰਕੜਾ ਵੀ ਮਾਨ ਲਈ ਉਨਾ ਹੀ ਖਾਸ ਰਿਹਾ। ਸੰਗਰੂਰ ਦੇ ਪਿੰਡ ਸਤੌਜ 'ਚ 17 ਅਕਤੂਬਰ 1973 ਨੂੰ ਭਗਵੰਤ ਮਾਨ ਨੇ ਜਨਮ ਲਿਆ। ਸਿਆਸਤ ਹੀ ਨਹੀਂ, ਭਗਵੰਤ ਮਾਨ ਦੀ ਰੀਅਲ ਲਾਈਫ ਵੀ ਅੰਕੜਿਆਂ ਦੇ ਆਲੇ ਦੁਆਲੇ ਘੁੰਮੀ। 16 ਮਈ 1992 ਨੂੰ ਭਗਵੰਤ ਮਾਨ ਦੀ ਪਹਿਲੀ ਕੈਸਟ ਰਿਲੀਜ਼ ਹੋਈ। ਨਾਮ ਸੀ ਗੋਭੀ ਦੀ ਇਹ ਕੱਚੀ ਵਪਾਰ ਨੇ। ਸਿਲਸਿਲਾ ਇੱਥੇ ਵੀ ਨਹੀਂ ਰੁਕਿਆ। ਮਾਨ ਦੀ ਦੂਜੀ ਟੇਪ ਕੁਲਫੀ ਗਰਮਾ ਗਰਮ 16 ਦਸੰਬਰ 1992 ਨੂੰ ਆਈ, ਜਿਸ ਨਾਲ ਭਗਵੰਤ ਮਾਨ ਨੂੰ ਪੰਜਾਬ 'ਚ ਵੱਡੀ ਪਹਿਚਾਣ ਮਿਲੀ। ਇਹ ਵੀ ਨਹੀਂ ਕਿ ਮਾਨ ਲਈ 16 ਨੰਬਰ ਸਿਰਫ ਲੱਕੀ ਹੀ ਰਿਹਾ। 16 ਦੇ ਅੰਕੜੇ ਨੇ ਮਾਨ ਨੂੰ ਦੁੱਖ ਵੀ ਦਿੱਤੇ। ਜਦੋਂ 16 ਮਈ 2011 ਨੂੰ ਭਗਵੰਤ ਮਾਨ ਦੇ ਪਿਤਾ ਉਹਨਾਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਮਾਨ ਦੇ ਪਿਤਾ ਦਾ ਦੇਹਾਂਤ ਹੋ ਗਿਆ, ਪਰ ਮਾਨ ਨਾ ਰੁਕੇ, ਨਾ ਥੱਕੇ, ਨਾ ਅੱਕੇ, ਸਿਲਸਿਲਾ ਚੱਲਦਾ ਗਿਆ। ਕੁੱਲ ਮਿਲਾ ਕੇ ਭਗਵੰਤ ਮਾਨ ਦੀ ਜ਼ਿੰਦਗੀ 'ਚ 16 ਤੇ 17 ਦੇ ਅੰਕੜੇ ਦਾ ਦਖਲ ਬੇहद ਦਿਲਚਸਪ ਹੈ। ਇਹਨਾਂ ਦੋ ਅੰਕੜਿਆਂ ਨੇ ਸਤੌਜ 'ਚ ਜਨਮੇ ਇੱਕ ਆਮ ਘਰ ਦੇ ਨੌਜਵਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾ ਦਿੱਤਾ। ਹੁਣ ਸਭ ਨੂੰ ਆਸ ਅਤੇ ਇੰਤਜ਼ਾਰ ਉਸ ਲੱਕੀ ਦਿਨ ਦਾ ਹੈ ਜਦੋਂ ਮਾਨ ਉਹਨਾਂ ਲਈ ਕੁਝ ਲੱਕੀ ਫੈਸਲੇ ਲੈਣਗੇ। ਤਾਂ 16 ਮਾਰਚ ਦਾ ਦਿਨ ਹੈ ਤੇ ਧਰਤੀ ਹੈ ਖਟਕੜ ਕਲਾਂ। ਅਸੀਂ ਇਸ ਸਮੇਂ ਮੌਜੂਦ ਹਾਂ। ਇਹ ਜੱਦੀ ਘਰ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ, ਔਰ ਇਸ ਧਰਤੀ, ਇਹ ਪਵਿੱਤਰ ਧਰਤੀ ਦੇ ਉੱਤੇ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ ਸੀਸ ਨਿਵਾਉਣ ਦੇ ਲਈ, ਸਿਰ ਝੁਕਾਉਣ ਦੇ ਲਈ। ਭਗਵੰਤ ਮਾਨ ਵੀ ਬਹੁਤ ਵਾਰੀ ਇੱਥੇ ਆਏ ਨੇ, ਪਰ ਭਗਵੰਤ ਮਾਨ ਦਾ ਅੱਜ ਜ਼ਿਕਰ ਇਸ ਕਰਕੇ ਵੀ ਹੈ ਕਿਉਂਕਿ ਪੰਜਾਬ ਦੇ ਉਹ ਮੁੱਖ ਮੰਤਰੀ ਬਣਨ ਜਾ ਰਹੇ ਨੇ। ਪਰ ਭਗਵੰਤ ਮਾਨ ਦਾ ਬਚਪਨ ਕਿਹੋ ਜਾ ਰਿਹਾ ਹੈ? ਭਗਵੰਤ ਮਾਨ ਜਦੋਂ ਨਿੱਕੇ ਹੁੰਦੇ ਸੀ, ਛੋਟੇ ਹੁੰਦੇ ਸੀ, ਤਾਂ ਉਸ ਸਮੇਂ ਕਿਸ ਤਰੀਕੇ ਨਾਲ ਵਿਚਰਦੇ ਸੀ, ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ। ਇੱਕ ਖਾਸ ਰਿਪੋਰਟ ਤੁਹਾਡੇ ਲਈ ਲੈ ਕੇ ਆਏ ਹਾਂ ਕਿਉਂਕਿ ਭਗਵੰਤ ਮਾਨ ਦੇ ਦੋਸਤ ਮਿੱਤਰ ਉਹਨਾਂ ਬਾਰੇ ਕੀ ਕੁਝ ਜਾਣਦੇ ਨੇ, ਕੀ ਕੁਝ ਦੱਸ ਰਹੇ ਨੇ। ਰਿਪੋਰਟ ਦੇਖੋ। ਭਗਵੰਤ ਮਾਨ ਉਹ ਨਾਮ ਜਿਹੜਾ ਪਿਛਲੇ 3 ਦਹਾਕਿਆਂ ਤੋਂ ਪੰਜਾਬ 'ਚ ਗੂੰਜਦਾ ਹੀ ਰਿਹਾ, ਕਦੇ ਲੋਕਾਂ ਦੀਆਂ ਟੇਪਾਂ 'ਚ ਅਤੇ ਕਦੇ ਲੋਕਾਂ ਦੇ ਬੁੱਲਾਂ ਤੇ, ਜਿਸ ਨੇ ਪੰਜਾਬ ਦੀਆਂ ਕਰੀਬ 3 ਪੀੜ੍ਹੀਆਂ ਨੂੰ ਹਸਾਇਆ ਅਤੇ ਫਿਰ ਆਪਣੇ ਭਾਸ਼ਣਾਂ ਨਾਲ ਲੋਕਾਂ ਨੂੰ ਰੋਣ ਤੱਕ ਲਈ ਮਜਬੂਰ ਕਰ ਦਿੱਤਾ। ਮਾਨ ਪੰਜਾਬ ਦਾ ਨਵਾਂ ਮੁੱਖ ਮੰਤਰੀ, ਪਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮਾਨ ਕਿਹੋ ਜਿਹਾ ਸੀ? ਪਿੰਡ 'ਚ ਕੀ ਕਰਦਾ ਸੀ? ਕਿਵੇਂ ਦੀਆਂ ਸ਼ਰਾਰਤਾਂ ਕਰਦਾ? ਆਪਣੇ ਦੋਸਤਾਂ ਨੂੰ ਕਿਵੇਂ ਮਿਲਦਾ? ਇਹ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਮਾਨ ਦਾ ਪਿੰਡ ਸਤੌਜ ਮਾਨ ਦੇ ਹਰ ਉਸ ਪਲ ਦਾ ਗਵਾਹ ਹੈ ਜਿਹੜਾ ਉਸ ਨੇ ਉਸ ਪਿੰਡ ਦੀਆਂ ਗਲੀਆਂ 'ਚ ਬਿਤਾਇਆ। ਇਸ ਪਿੰਡ 'ਚ ਵਸੀ ਸੀ ਮਾਨ ਦੀ ਛੋਟੀ ਜਿਹੀ ਦੁਨੀਆ। ਸਾਹਮਣੇ ਨਜ਼ਰ ਆ ਰਿਹਾ ਇਹ ਘਰ ਮਾਨ ਦਾ ਉਹੀ ਘਰ ਹੈ ਜਿੱਥੇ ਕਦੇ ਮਾਨ ਨੇ ਤੁਰਨਾ ਸਿੱਖਿਆ, ਸ਼ਰਾਰਤਾਂ ਕੀਤੀਆਂ, ਝਿੜਕਾਂ ਖਾਈਆਂ ਅਤੇ ਮਨ ਹੀ ਮਨ 'ਚ ਉਹ ਸੁਪਨਾ ਸਿਰਜਿਆ ਜਿਸ ਨੂੰ ਹੁਣ ਕਈ ਦਹਾਕਿਆਂ ਬਾਅਦ ਬੂਰ ਪਿਆ ਏ। ਉਸ ਸ਼ਰਾਰਤੀ ਮਾਨ ਦਾ ਘਰ ਹੁਣ ਮੁੱਖ ਮੰਤਰੀ ਦਾ ਘਰ ਬਣ ਚੁੱਕਿਆ ਹੈ। ਗੇਟ ਤੇ ਲੱਗੀਆਂ ਤਸਵੀਰਾਂ, ਪੋਸਟਰ ਇਸ ਘਰ ਦੀ ਅਤੇ ਮਾਨ ਦੀ ਤਰੱਕੀ ਦੀ ਦਾਸਤਾਨ ਦੱਸਦੇ ਨੇ। ਬਚਪਨ ਤੋਂ ਹੀ ਮਾਨ ਦੀਆਂ ਸ਼ਰਾਰਤਾਂ ਦੇ ਗਵਾਹ ਰਹੇ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਮੁਤਾਬਕ ਭਗਵੰਤ ਮਾਨ ਹੁਣ ਵੀ ਪਿੰਡ ਦੇ ਲੋਕਾਂ ਨਾਲ ਉਵੇਂ ਹੀ ਜੁੜਿਆ ਹੈ ਜਿਵੇਂ ਕਈ ਸਾਲ ਪਹਿਲਾਂ ਜੁੜਿਆ ਹੋਇਆ ਸੀ। ਪਿੰਡ ਨਾਲ ਉਦਾਂ ਹੀ ਜਿਵੇਂ ਪਹਿਲਾਂ ਹੁੰਦੇ ਸੀ ਇੱਥੇ ਰਹਿੰਦੇ ਹੋਏ, ਉਸੇ ਤਰ੍ਹਾਂ ਸਾਰੇ ਬੰਦੇ ਨੂੰ ਉਹ ਪਛਾਣਦੇ ਨੇ, ਉਹਨਾਂ ਦੇ ਨਾਮ ਜਾਣਦੇ ਨੇ ਤੇ ਉਹਨਾਂ ਨੂੰ ਜਦੋਂ ਵੀ ਆਉਂਦੇ ਨੇ ਉਹਨਾਂ ਨੂੰ ਮਿਲਦੇ ਨੇ। ਕਹਿੰਦੇ ਨੇ ਤੁਹਾਡਾ ਪਰਿਵਾਰ ਵੀ ਤੁਹਾਨੂੰ ਇੰਨਾ ਨਹੀਂ ਜਾਣਦਾ ਹੁੰਦਾ ਜਿੰਨਾ ਤੁਹਾਡੇ ਦੋਸਤ ਜਾਣਦੇ ਹੁੰਦੇ ਨੇ। ਮਾਨ ਦੇ ਹਾਣੀ ਵੀ ਉਹਨਾਂ ਦੇ ਕਈ ਕਿੱਸੇ ਬੜੇ ਸਵਾਦ ਨਾਲ ਦੱਸਦੇ ਨੇ। ਪਿੰਡ ਸਤੌਜ ਦੇ ਸਕੂਲ 'ਚ ਇਕੱਠਿਆਂ ਪੜ੍ਹਦਿਆਂ ਮਾਨ ਨਾਲ ਮਿਲ ਕੇ ਕਈ ਸ਼ਰਾਰਤਾਂ ਕੀਤੀਆਂ। ਸ਼ੌਂਕ ਕਾਮੇਡੀ ਦਾ ਸੀ ਤਾਂ ਸਕੂਲੀ ਡਰਾਮੇ ਵੀ ਮਾਨ ਨੇ ਜੀ ਭਰ ਕੇ ਕੀਤੇ। ਕਿੱਸਾ ਉਹੀ ਹੁੰਦਾ ਅਮਲੀ ਅਤੇ ਪੁਲਿਸ ਵਾਲਾ। ਇੱਕ ਕਮੇਡੀ ਜਾਂ ਡਰਾਮਾ ਜਿਹਾ ਕਰਦਾ ਹੁੰਦਾ ਜੀ। 2-3 ਮੁੰਡੇ ਹੋਰ ਤੇ ਜੀ, ਇੱਕ ਦਾ ਮੁੰਡਾ ਗੁਰਤੇਜ ਹੁੰਦਾ ਜੀ, ਇੱਕ ਦਲਵਾਰਾ ਤੇ ਇੱਕ ਮੱਖਣ, ਤੇ ਉਹਦੇ ਵਿੱਚ ਭਗਵੰਤ ਬਣਦਾ ਹੁੰਦਾ ਜੀ, ਪੁਲਿਸ ਵਾਲਾ ਬਣਦਾ ਹੁੰਦਾ ਜੀ।
ਤੇ ਗੁਰਤੇਜ ਅਮਲੀ ਬਣ ਜਾਂਦਾ ਜੀ। ਇੱਕ ਦਲਵਾਰ ਆ ਉਹ ਡਾਕੂ ਜਾਂ ਚੋਰ ਕਹਿ ਲਓ ਉਹ ਬਣ ਜਾਂਦਾ ਜੀ। ਉਹ ਫਿਰ ਵਧੀਆ ਹਸਾਉਂਦੇ ਜੀ ਉਹ ਡਰਾਮਾ ਕਰਕੇ ਮਾਸਟਰ। ਮਾਨ ਬੁਲੰਦੀਆਂ ਤੇ ਪਹੁੰਚਿਆ, ਪਹਿਲਾਂ ਕਾਮੇਡੀਅਨ ਬਣਿਆ, ਫਿਰ ਸੰਸਦ ਮੈਂਬਰ ਅਤੇ ਹੁਣ ਮੁੱਖ ਮੰਤਰੀ। ਪਰ ਨਾ ਮਾਨ ਆਪ ਬਦਲਿਆ ਅਤੇ ਨਾ ਹੀ ਮਾਨ ਨੇ ਦੋਸਤ ਬਦਲੇ। ਪਹਿਲੀ ਕੱਚੀ ਵਾਲੇ ਦੋਸਤਾਂ ਨੂੰ ਮਾਨ ਅੱਜ ਵੀ ਭੱਜ ਕੇ ਮਿਲਦਾ ਹੈ। ਜੀ ਪਿੱਛੇ ਜੇ 5-7 ਸਾਲ ਹੋ ਸਾਨੂੰ ਮਿਲੇ ਨੇ ਜੀ, ਮਿਲਦੇ ਹੀ ਰਹਿੰਦੇ ਨੇਗੇ ਅਸੀਂ। ਵਾਸਤੇ ਕਨੈਕਟਰਾਂ ਚੀਮਾ ਲਹਿਰਾ ਚੱਲਦਾ ਜੀ, ਮੈਨੂੰ ਮਿਲ ਕੇ ਗਏ ਨੇ ਜੀ। ਕਹਿੰਦੇ ਬੰਦੇ ਬੰਦੇ ਛੱਤ ਤੇ ਚੜ੍ਹਦੇ ਹੋਏ। ਹਾਂਜੀ ਹਾਂਜੀ, ਹੁਣ ਵੀ ਮਜ਼ਾਕ ਕਰਦੇ ਹਾਂਜੀ ਮਜ਼ਾਕ ਕਰਦੇ ਬਹੁਤ। ਭਗਵੰਤ ਮਾਨ ਨੂੰ ਜੋ ਜਾਣਦੇ ਨੇ ਜਾਂ ਫਿਰ ਸੁਣਦੇ ਰਹੇ ਨੇ, ਉਹ ਮਾਨ ਦੀਆਂ ਟੇਪਾਂ ਦੇ ਕਿਰਦਾਰਾਂ ਤੋਂ ਵੀ ਜਾਣੂ ਨੇ। ਮਾਨ ਦੀਆਂ ਟੇਪਾਂ ਦੇ ਕਿਰਦਾਰ ਆਮ ਜ਼ਿੰਦਗੀ ਦੇ ਹੁੰਦੇ, ਕਟਾਕਸ਼ ਹੁੰਦਾ ਪਰ ਮਜ਼ਾਕੀਆ ਲਹਿਜੇ 'ਚ। ਸਮਾਜ ਦਾ ਹਰ ਵਰਗ ਹੀ ਮਾਨ ਦੇ ਨਿਸ਼ਾਨੇ ਤੇ ਸੀ, ਪਰ ਸ਼ਾਇਦ ਹੀ ਕਦੇ ਕਿਸੇ ਨੇ ਮਾਨ ਦੇ ਬੋਲਾਂ ਦਾ ਗੁੱਸਾ ਮਨਾਇਆ ਹੋਵੇ। ਮਾਨ ਦੀਆਂ ਟੇਪਾਂ ਦੇ ਮਸ਼ਹੂਰ ਕਿਰਦਾਰ ਪੈਟਰੋਲ ਦੇ ਟੀਕੇ ਲਾਉਣ ਵਾਲੇ ਬੰਤ ਡਾਕਟਰ ਵੀ ਅਸਲ 'ਚ ਪਿੰਡ ਦੇ ਹੀ ਡਾਕਟਰ ਨੇ, ਨਾਂ ਵੀ ਅਸਲੀ ਅਤੇ ਇਨਸਾਨ ਵੀ। ਖੁਦ ਡਾਕਟਰ ਬੰਤ ਸਿੰਘ ਵੀ ਮਾਨ ਦੇ دیਵਾਨੇ ਨੇ। ਮੈਂ ਇੱਥੇ ਮੈਡੀਕਲ ਪ੍ਰੈਕਟਿਸ ਕਰਦਾ ਜੀ ਪਿੰਡ ਦੇ ਵਿੱਚ ਜੀ, ਤੇ ਆਰਐਮਪੀ ਡਾਕਟਰ ਹਾਂ ਜੀ। ਤੇ ਮੇਰਾ ਕਿੱਸਾ ਤਾਂ ਬਹੁਤ ਮਸ਼ਹੂਰ ਹੋਇਆ ਸੀਗਾ ਜੀ। ਉਹਨਾਂ ਨੇ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਬੰਤ ਡਾਕਟਰ ਨੇ ਇੱਕ, ਉਹਨਾਂ ਨੇ ਕਮਾਈ ਦੇ ਕਹਿੰਦੇ ਪੈਟਰੋਲ ਦਾ ਟੀਕਾ ਲਾਤਾ ਸੀਗਾ ਜੀ, ਤੇ ਉਹ ਤੁਸੀਂ ਸੁਣਿਆ ਹੋਣਾ ਜੀ, ਬਹੁਤ ਮਸ਼ਹੂਰ ਹੋਇਆ ਸੀਗਾ ਜੀ। ਭਗਵੰਤ ਮਾਨ ਦੇ ਸਾਥੀ ਮਾਨ ਦੇ ਬੇਹੱਦ ਨੇੜੇ ਨੇ, ਪਰ ਮਾਨ ਦੇ ਉਸ ਤੋਂ ਵੀ ਨੇੜੇ ਰਹੀ ਏ ਪਿੰਡ ਦੀ ਸੱਥ 'ਚ ਮਾਨ ਦਾ ਸਾਈਕਲ ਵਾਲਾ ਕਿੱਸਾ ਹੁਣ ਵੀ ਸੁਣਾਇਆ ਜਾਂਦਾ ਹੈ। ਜਦੋਂ ਮਾਨ ਨੇ ਜਾਂਦੇ ਜਾਂਦੇ ਸਾਈਕਲ ਦੀਆਂ ਅਗਲੀਆਂ ਬ੍ਰੇਕਾਂ ਦੱਬ ਕੇ ਸਭ ਨੂੰ ਥੱਲੇ ਸੁੱਟ ਦਿੱਤਾ ਸੀ, ਜਦ ਕਿ ਪਿੰਡ ਦੇ ਹੋਰ ਬਜ਼ੁਰਗ ਦੱਸਦੇ ਨੇ ਕਿ ਕਿਵੇਂ ਮੋਟਰ ਦੇ ਪਾਈਪ 'ਚੋਂ ਗੂੰਜਦੀ ਆਵਾਜ਼ ਨਾਲ ਗੀਤ ਗਾਉਣ ਵਾਲਾ ਭਗਵੰਤ ਸਿੰਘ ਮਾਨ ਬਣਿਆ। ਹਿੰਮਤੀ ਵਾਲਾ ਤੀ ਬਸ ਫਿਰਨ ਜਿਉਂ ਭੱਜਿਆ ਐਂ ਵਿੱਚ ਦੀ ਬਾਣ ਵਿੱਚ ਦੀ ਜਾ ਕੇ ਇਹ ਮੇਰੇ ਸਾਹਮਣੇ ਆਪਣੇ ਆਪ ਬੱਸ ਤੇ ਜਾ ਕੇ ਆਪਦੇ ਕਾਲਜ ਗਿਆ ਟਾਈਮ ਤੇ, ਮੌਕਾ ਬਚਾ ਕੇ ਨਿਕਲ ਗਏ। ਹਾਂ ਲੰਘ ਗਿਆ ਪੈਪ ਨਹੀਂ ਹੁੰਦਾ ਪਾਣੀ ਡੇਗਣ ਵਾਲਾ। ਹਾਂਜੀ ਹਾਂਜੀ, ਜਦੋਂ ਮੋਟਰ ਖੜੀ ਹੁੰਦੀ ਨਾਲੇ ਪੀਪੀ ਦੀ ਢੋਲਕੀ ਵੀ ਆਈ ਜਾਂਦਾ, ਨਾਲੇ ਗੀਤ ਗਾਈ ਜਾਂਦਾ ਉਹਦੇ ਮੂੰਹ ਲਾ ਕੇ। ਤੇ ਅਸੀਂ ਪੁੱਛਦੇ ਵੀ ਇਹੀ ਕਰਦਾ, ਕਹਿੰਦਾ ਗੀਤ ਗੂਤ ਸਿੱਖ ਲੈਣਾ ਬਾਬਾ, ਕੋਈ ਗਾਹਾਂ ਉਹਦਾ ਵੱਧ ਜਾਂਦਾ ਕਾਕਾ ਹੈ, ਉਹੀ ਸਿੱਖ ਗਿਆ ਬਸ ਫਿਰ ਉਹ। ਹੁਣ ਭਗਵੰਤ ਮਾਨ ਦੇ ਪਿੰਡ ਵਾਲੇ ਉਸ ਤੋਂ ਪਿੰਡ ਪ੍ਰਤੀ ਵਫਾਦਾਰੀ ਮੰਗਦੇ ਨੇ। ਪਿੰਡ ਦੇ ਬਜ਼ੁਰਗ ਮੁੱਖ ਮੰਤਰੀ ਬਣੇ ਸ਼ਰਾਰਤੀ ਮਾਨ ਵੱਲ ਆਸ ਨਾਲ ਅੱਖਾਂ ਲਾਈ ਬੈਠੇ ਨੇ। ਟਾਈਮ ਤੇ ਪੁਲਿਸ ਮਿਲ ਜਾਵੇ, ਸਾਡਾ ਤਾਂ ਆਹੀ ਰੁਜ਼ਗਾਰ ਆ ਹੁਣ, ਸਾਡੇ ਕਿੰਨੇ ਆਈ ਦੇਖ ਲੈ ਬਸ ਉਹ। ਇਹ ਤਾਂ ਸੀ ਮਾਨ ਦੇ ਉਹ ਖੱਟੇ ਮਿੱਠੇ ਛੋਟੇ ਵੱਡੇ ਕਿੱਸੇ ਜਿਸ ਨੇ ਮਾਨ ਨੂੰ ਅਸਲ 'ਚ ਮਾਨ ਬਣਾਇਆ। ਪਿੰਡ ਦੀਆਂ ਗਲੀਆਂ ਸੱਥਾਂ 'ਚ ਖੇਡਦੇ ਮਾਨ ਨੇ ਸ਼ਾਇਦ ਕਦੇ ਇਸ ਮੁਕਾਮ ਦੀ ਕਲਪਨਾ ਵੀ ਨਹੀਂ ਕੀਤੀ ਹੋਣੀ, ਪਰ ਬੁਲੰਦੀਆਂ ਨਾ ਤਾਂ ਕਿਸੇ ਦੀਆਂ ਮੁਹਤਾਜ ਹੁੰਦੀਆਂ ਨੇ ਅਤੇ ਨਾ ਹੀ ਗੁਲਾਮ। ਮਿੱਟੀ ਨਾਲ ਜੁੜਿਆ ਮਾਨ ਹੁਣ ਅਸਮਾਨ ਦੀਆਂ ਬੁਲੰਦੀਆਂ ਤੇ ਪਹੁੰਚ ਗਿਆ ਅਤੇ ਸ਼ਾਇਦ ਉਸ ਦਾ ਮਿੱਟੀ ਨਾਲ ਜੁੜਿਆ ਹੋਣਾ ਹੀ ਉਸ ਦੀ ਸਭ ਤੋਂ ਵੱਡੀ ਖੂਬੀ ਹੈ, ਜਿਸ ਨੇ ਅੱਜ ਵੀ ਲੋਕਾਂ ਨੂੰ ਮਾਨ ਦਾ دیਵਾਨਾ ਬਣਾ ਰੱਖਿਆ ਹੈ। ਸੰਗਰੂਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ। ਭਗਤ ਸਿੰਘ ਦੀ ਕਲਮ ਨੇ ਇਹ ਵੀ ਲਿਖਿਆ ਕਿ ਮੇਰਾ ਇੱਕ ਹੀ ਧਰਮ ਹੈ, ਦੇਸ਼ ਦੀ ਸੇਵਾ ਕਰਨਾ। ਔਰ ਸ਼ਾਇਦ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵਾਰ ਪੰਜਾਬ ਦੇ ਲੋਕਾਂ ਨੇ ਵੋਟ ਕੀਤੀ ਹੈ। ਪੰਜਾਬ ਦੇ ਵਿੱਚ ਕਈ ਵਾਰ ਬਹੁਤ ਸਾਰੇ ਫੈਕਟਰ ਕਿਤੇ ਨਾ ਕਿਤੇ ਭਾਰੀ ਰਹੇ, ਪਰ ਇਸ ਵਾਰ ਧਰਮ ਦਾ, ਜਾਤ ਦਾ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਫੈਕਟਰ ਕੰਮ ਨਹੀਂ ਆਇਆ। ਜ਼ਿਕਰ ਆਮ ਆਦਮੀ ਪਾਰਟੀ ਇਨਕਲਾਬ ਦਾ ਕਰ ਰਹੀ ਸੀ, ਪਰ ਭਗਤ ਸਿੰਘ ਦੀ ਸੋਚ ਦੇ ਗੱਲ ਕਰਨੀ ਔਰ ਸੋਚ ਦੇ ਉੱਤੇ ਪਹਿਰਾ ਦੇਣਾ, ਦੋਵਾਂ ਦੇ ਵਿੱਚ ਫਰਕ ਤਾਂ ਬਹੁਤ ਵੱਡਾ ਹੈ। ਪਰ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਜਿਸ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਦਿੱਤੀਆਂ ਨੇ ਔਰ ਉਸ ਉਮੀਦ ਦੇ ਉੱਤੇ ਉਹ ਜ਼ਰੂਰ ਖਰਾ ਉਤਰਨਗੇ। ਖਟਕੜ ਕਲਾਂ ਦੀ ਧਰਤੀ ਤੋਂ ਮੈਨੂੰ ਇਜਾਜ਼ਤ ਦਿਓ। ਧੰਨਵਾਦ।